ਇਸ ਦੇ ਤੀਸਰੇ ਹਿੱਸੇ ਵਿੱਚ ਹਾਂ। And we are into the third session. ਅਸੀਂ ਜਿਸ ਜਗ੍ਹਾ ਦੇ ਉੱਤੇ ਇਸ ਨੂੰ ਛੱਡਿਆ ਸੀ ਉਹ ਇਸ ਤਰ੍ਹਾਂ ਵਚਨ ਬਿਆਨ ਕਰਦਾ ਸੀ। And the place we left it, the word says ਵੀ ਤੁਸੀਂ ਆਪਣੀਆਂ ਨਜ਼ਰਾਂ ਯਿਸੂ ਦੇ ਉੱਤੇ ਰੱਖੋ। that just focus your eyes upon Jesus. ਅਸੀਂ ਇਬਰਾਨੀਆਂ 12 ਉਸ ਦੀ 2 ਆਇਤ ਦੇ ਵਿੱਚ ਛੱਡਿਆ ਸੀ। And we left in Hebrews 12 verse 2. ਜੇ ਤੁਹਾਡੇ ਕੋਲ ਬਾਈਬਲ ਹੈ ਜ਼ਰੂਰ ਆਪਣੇ ਪੰਨੇ ਖੋਲੋ ਤੇ ਦੇਖੋ ਪਰਮੇਸ਼ਰ ਦਾ ਵਚਨ ਉੱਥੇ ਕੀ ਬਿਆਨ ਕਰਦਾ If you ਹੈ। have your Bible, take out the pages and see what the word says. ਉਸਨੇ ਕਿਹਾ ਸੀ ਹੇ ਵਿਸ਼ਵਾਸੀਓ He says, oh you believers, ਆਪਣੀਆਂ ਨਜ਼ਰਾਂ ਯਿਸੂ ਤੇ ਲਾ ਕੇ ਰੱਖਣਾ ਹੈ। fix your eyes upon Jesus. ਜਦ ਤੱਕ ਤੁਹਾਡੀਆਂ ਨਜ਼ਰਾਂ ਯਿਸੂ ਮਸੀਹ ਤੇ ਲੱਗੀਆਂ ਰਹਿਣਗੀਆਂ। Till the time your eyes are upon the Jesus. ਮੇਰੇ ਕੋਲ ਇੱਥੋਂ ਬਾਈਬਲ ਦੇ ਵਿੱਚੋਂ ਇੱਕ ਬਹੁਤ ਹੀ ਚੰਗੀ ਉਦਾਹਰਨ ਹੈ। And I have a great example over here in the Bible. ਜਦ ਪਤਰਸ ਪਾਣੀ ਦੇ ਉੱਤੇ ਚੱਲ ਰਿਹਾ ਸੀ As Peter was walking upon the water. ਅਤੇ ਬਾਈਬਲ ਇਸ ਤਰ੍ਹਾਂ ਦੱਸਦਾ ਹੈ And the Bible says, ਜਦ ਤੱਕ ਉਸ ਦੀਆਂ ਨਜ਼ਰਾਂ ਯਿਸੂ ਮਸੀਹ ਦੇ ਉੱਤੇ ਲੱਗੀਆਂ ਰਹੀਆਂ till the time he has his eyes fixed upon Jesus. ਤਦ ਤੱਕ ਉਹ ਪਾਣੀ ਦੇ ਉੱਤੇ ਕਦਮ ਤੇ ਕਦਮ ਪੱਟਦਾ ਰਿਹਾ ਤੇ ਚੱਲਦਾ ਰਿਹਾ। Till that time he could walk upon the water step by step. ਜਿਸੇ ਵੇਲੇ ਉਸ ਦੀਆਂ ਨਜ਼ਰਾਂ ਯਿਸੂ ਤੋਂ ਪਿੱਛੇ ਹੋਈਆਂ The moment he just took away his eyes from ਉਸੇ ਵੇਲੇ Jesus, ਉਹ ਡੁੱਬਣਾ ਸ਼ੁਰੂ ਹੋ ਗਿਆ। that very moment he started to ਅਤੇ drown. ਬਾਈਬਲ ਦੇ ਵਿੱਚ ਸਾਨੂੰ ਸੰਕੇਤ ਦਿੰਦਾ ਹੈ And Bible predicts. ਅਤੇ ਪਤਰਸ ਦੀ ਚੀਖ ਨਿਕਲ ਗਈ। And there was a shout that came out ਉਹਨੇ of his ਪੁਕਾਰ ਕੇ ਗਿਆ mouth. And he shouted and ਪ੍ਰਭੂ ਮੈਨੂੰ ਬਚਾਓ। oh Lord save. And ਅੱਜ ਇੱਥੇ ਅਸੀਂ ਇੱਕ ਬਹੁਤ ਹੀ ਅਜੀਬ ਵਚਨ ਨੂੰ ਸਿੱਖ ਰਹੇ ਹਾਂ। we are learning a mysterious word. ਜਦ ਤੱਕ ਤੁਸੀਂ ਯਿਸੂ ਮਸੀਹ ਦੇ ਵੱਲ ਦੇਖਦੇ ਹੋ When you look to Jesus, ਉਦੋਂ ਤੱਕ ਤੁਸੀਂ ਬਹੁਤ ਹੀ ਸਟ੍ਰੇਟ ਫਾਰਵਰਡ ਯਿਸੂ ਦੇ ਪਿੱਛੇ ਜਾਂਦੇ ਹੋ। you go very straightforward towards Jesus. ਅਤੇ ਜਦੋਂ ਤੁਸੀਂ ਆਪਣੀਆਂ ਨਜ਼ਰਾਂ ਯਿਸੂ ਤੋਂ ਚੱਕਦੇ ਹੋ The moment you lift your eyes away from Jesus, ਸਮਝੋ ਖਤਰੇ ਦਾ ਨਿਸ਼ਾਨ ਸ਼ੁਰੂ ਹੋ ਗਿਆ ਹੈ। see that the danger zone has started. ਖਤਰੇ ਵਾਲੇ ਜ਼ੋਨ ਦੇ ਵਿੱਚ ਤੁਸੀਂ ਜਾ ਰਹੇ ਹੋ। You are going into a danger zone. ਉਸੇ ਵੇਲੇ ਤੁਸੀਂ ਪਾਪ ਦੇ ਵਿੱਚ ਜਾ ਸਕਦੇ You ਹੋ। can go into the sin. ਸ਼ੈਤਾਨ ਦੀਆਂ ਘੜੀਆਂ ਹੋਈਆਂ ਚਾਲਾਂ ਦੇ ਵਿੱਚ ਜਾ ਸਕਦੇ And the ਹੋ। made up plans of the Satan. ਤੁਸੀਂ ਆਪਣੇ ਵਿਸ਼ਵਾਸ ਵਿੱਚ ਕਮਜ਼ੋਰ ਹੋ ਸਕਦੇ And ਹੋ। you can become weak in your faith. ਇਸ ਲਈ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਆਪਣੀਆਂ ਨਜ਼ਰਾਂ ਯਿਸੂ ਮਸੀਹ ਤੇ ਲਾ ਕੇ ਰੱਖੋ। That's why the word says, fix your eyes upon Jesus. ਅਸੀਂ ਇਬਰਾਨੀਆਂ 11 ਉਸ ਦੀ 6 ਦੇ ਵਿੱਚ ਦੇਖਦੇ ਹਾਂ। We will look into Hebrews 11 verse ਬਾਈਬਲ 6. ਇਹਦਾ ਦੱਸਦਾ ਹੈ ਕਿ ਪਰਮੇਸ਼ਰ ਦੀ ਜਿਹੜੀ ਇੱਛਾ ਹੈ ਉਹ ਇਨਸਾਨ ਦੇ ਜੀਵਨ ਦੇ ਵਿੱਚ ਕੀ ਹੈ। And Bible says, what is the will of the God in man's life? ਇਬਰਾਨੀਆਂ 11 ਉਸ ਦੀ 6 ਆਇਤ ਨੂੰ ਅਸੀਂ ਦੇਖ ਰਹੇ ਹਾਂ। Hebrews 11 verse 6 we are looking into. ਪਰਮੇਸ਼ਰ ਨੂੰ ਆਦਮੀ ਪ੍ਰਸੰਨ ਕਿੱਦਾਂ ਕਰ ਸਕਦਾ ਹੈ। How can a man please God? ਜਦ ਤੱਕ ਵਿਸ਼ਵਾਸੀ ਹੋ ਤੁਸੀਂ ਇਹ ਨਹੀਂ ਜਾਣਿਆ Oh, you believers, till the time you do not understand ਪਰਮੇਸ਼ਰ ਦੀ ਇੱਛਾ ਕੀ ਹੈ। what is the will of God, ਤੁਹਾਡੇ ਜੀਵਨ ਵਿੱਚ ਪਰਮੇਸ਼ਰ ਦੀ ਇੱਛਾ ਕੀ ਹੈ। what is the will of God in your life, ਜਦ ਤੱਕ ਤੁਸੀਂ ਇਸ ਨੂੰ ਨਹੀਂ ਫੜਿਆ till the time you do not catch hold, ਤੁਸੀਂ ਯਿਸੂ ਦੇ ਪਿੱਛੇ ਨਹੀਂ ਜਾ ਰਹੇ। you're not following Jesus. ਇੱਕ ਹੈ There is one. ਇੱਕ ਹੈ There is one ਜਿਹੜਾ ਤੁਹਾਨੂੰ ਉਸ ਇੱਛਾ ਨੂੰ ਸਮਝਣ ਵਿੱਚ ਰੁਕਾਵਟ ਪੈਦਾ ਕਰਦਾ ਹੈ। who is a barrier in fulfilling the will that is of God. ਉਹ ਤੁਹਾਡੇ ਇਸ ਤਰ੍ਹਾਂ ਦੇ ਹਾਲਾਤਾਂ ਨੂੰ ਬਣਾ ਕੇ ਰੱਖਦਾ ਹੈ He makes the circumstances of yours in such a ਤਾਂ ਕਿ way ਤੁਸੀਂ ਉਸ ਲੈਵਲ ਤੇ ਨਾ ਜਾ ਸਕੋ so that you do not go to that ਜਿਸ level, ਲੈਵਲ ਤੇ ਤੁਸੀਂ ਪਰਮੇਸ਼ਰ ਦੀ ਇੱਛਾ ਨੂੰ ਸਮਝਣਾ ਹੈ। to the level you understand the will of ਜਿਸ God, ਲੈਵਲ ਤੇ ਤੁਸੀਂ ਪਰਮੇਸ਼ਰ ਦੀ ਇੱਛਾ ਨੂੰ ਜਾਣਨਾ ਹੈ। the level you ought to understand the will of God. ਕਈ ਵਾਰੀ ਉਹ ਤੁਹਾਡੇ ਹਾਲਾਤ ਇਸ ਤਰ੍ਹਾਂ ਦੇ ਬਣਾਉਂਦਾ ਹੈ, Sometimes he makes the situation ਇਸ ਤਰ੍ਹਾਂ ਦੇ ਹਾਲਾਤ ਬਣਾਉਂਦਾ ਹੈ such kind of ਵੀ situation ਤੁਸੀਂ ਆਪਣੀਆਂ ਨਜ਼ਰਾਂ ਯਿਸੂ ਤੋਂ ਚੱਕ ਕੇ ਆਪਣੇ ਦਿਮਾਗ ਦੀ ਸੋਚ ਦੇ ਨਾਲ ਜਾਣਾ ਸ਼ੁਰੂ ਕਰਦੇ that ਹੋ। you lift up your eyes from Jesus and go as per the thoughts of your ਕਿ mind. ਤੁਸੀਂ ਜਾਣਦੇ ਹੋ ਜਿਹੜੀ ਤੁਹਾਡੇ ਦਿਮਾਗ ਦੀ ਸੋਚ ਨਾਲ ਤੁਸੀਂ ਕੁਝ ਕੀਤਾ ਹੈ, ਉਹ ਤੁਹਾਡੀ ਦੁਨੀਆ ਦੀ ਸਭ ਤੋਂ ਵੱਡੀ ਉਲਝਣ ਹੋਵੇਗੀ। Do you know it's a jumble, the thing that you have thought in the mind of your brain? ਉਹ ਤੁਹਾਡੇ ਲਈ ਆਪਣੇ ਜੀਵਨ ਦੇ ਵਿੱਚ ਹੱਥ ਕੜੀਆਂ ਹੋਣਗੀਆਂ। That can be the handcuffs for you in your ਤੁਸੀਂ life. ਆਪਣੇ ਆਪ ਨੂੰ ਉਸ ਦੇ ਦੁਆਰਾ ਕਾਲ ਕੋਠੜੀ ਵਿੱਚ ਬੰਦ ਕਰਨ ਵਾਲੇ ਹੋ। You might be throwing yourself into the prison. ਪਰਮੇਸ਼ਰ ਦੀ ਇੱਛਾ ਕੀ ਹੈ What is the will of God? ਅਸੀਂ ਇਹ ਜਾਣਨਾ ਚਾਹੁੰਦੇ ਹਾਂ। We ought to understand. ਬਾਈਬਲ ਇਹਦਾ ਦੱਸਦਾ ਹੈ ਪਰਮੇਸ਼ਰ ਦੀ ਇੱਛਾ ਹੈ And the Bible says the will of God ਕਿ is ਤੁਸੀਂ ਜਾਣੋ ਪਰਮੇਸ਼ਰ ਨੂੰ ਕਿੱਦਾਂ ਪ੍ਰਸੰਨ ਕਰਨਾ ਹੈ। that you know how you ought to please ਕਿਸ God. ਤਰ੍ਹਾਂ ਦੇ ਜੀਵਨ ਨਾਲ ਤੁਸੀਂ ਪਰਮੇਸ਼ਰ ਨੂੰ ਪ੍ਰਸੰਨ ਕਰੋਗੇ। What kind of life you ought to believe, you ought to please God. ਪਰਮੇਸ਼ਰ ਨੂੰ ਪ੍ਰਸੰਨ ਕਰਨ ਲਈ ਵਿਸ਼ਵਾਸ ਨੂੰ ਕਿੱਦਾਂ ਬਣਾਉਣਾ ਹੈ। How you ought to build up your faith to please God. ਕੀ ਤੁਸੀਂ ਯਿਸੂ ਦੇ ਪਿੱਛੇ ਆਪਣੇ ਆਪ ਨੂੰ ਪ੍ਰਸੰਨ ਕਰਨ ਵਾਸਤੇ ਆਏ ਹੋ? Have you followed Jesus to please self?
ਜਾਂ ਯਿਸੂ ਮਸੀਹ ਨੂੰ or to Jesus Christ, ਪ੍ਰਸੰਨ ਕਿਸ ਤਰ੍ਹਾਂ ਕਰਨਾ ਇਸ ਕਰਕੇ ਆਏ ਹੋ। or how to please Jesus, you have come over here. ਤੁਹਾਡੀਆਂ ਮੁਸ਼ਕਿਲਾਂ ਤਾਂ ਹੋ ਸਕਦੀਆਂ ਨੇ। There can be troubles. ਜਦੋਂ ਤੁਸੀਂ ਯਿਸੂ ਦੇ ਨਾਮ ਵਿੱਚ ਐਂਟਰੀ ਮਾਰੀ ਹੈ, As you entered into the name of Jesus, ਜਦੋਂ ਤੁਸੀਂ ਐਂਟਰੀ ਮਾਰੀ, and as you entered, ਤੁਸੀਂ ਕਿਹਾ ਪਿਤਾ ਮੈਂ ਪਾਪੀ ਹਾਂ। you confess, Father, I'm a sinner. ਉਸਨੇ ਕਿਹਾ ਹਾਂ ਬੱਚਾ ਮੈਂ ਤੇਰੇ ਪਾਪ ਮਾਫ ਕੀਤੇ And ਹਨ। he said, yes, I have just forgiven you. ਜਿਸ ਵੇਲੇ ਤੂੰ ਐਂਟਰੀ ਕੀਤੀ, And as you entered, ਉਸੇ ਵੇਲੇ ਉਸਨੇ ਤੇਰੇ ਸਾਰੇ ਦੁੱਖਾਂ ਤੋਂ ਤੈਨੂੰ ਆਜ਼ਾਦ ਕਰ ਦਿੱਤਾ। that very moment he just took you away from all your troubles. ਤੁਸੀਂ ਆਜ਼ਾਦ ਹੋ। You are free. ਪਰ ਜੇ ਤੁਸੀਂ ਆਜ਼ਾਦ ਨਹੀਂਗੇ, If you're not free, ਉਹਦਾ ਮਤਲਬ ਹੈ ਤੁਸੀਂ ਆਪਣੀ ਇੱਛਾ ਦੀ ਦਲਦਲ ਦੇ ਵਿੱਚ ਫਸੇ ਹੋਏ ਹੋ। that means you are in a quicksand of your ਤੁਹਾਡੀਆਂ will. ਇੱਛਾਵਾਂ ਨੇ ਅੱਜ ਤੁਹਾਨੂੰ ਸ਼ੈਤਾਨ ਦੇ ਕਬਜ਼ੇ ਵਿੱਚ ਰੱਖਿਆ ਹੈ। And it's your desire that has kept you into the clutches of the Satan. ਕਿਸ ਤਰ੍ਹਾਂ ਪਰਮੇਸ਼ਵਰ ਦੀ ਇੱਛਾ ਨੂੰ ਵੇਖਣਾ ਹੈ। How you ought to see the will of God. ਬਾਈਬਲ ਦੱਸਦਾ ਹੈ ਜਿਹੜਾ ਯਿਸੂ ਮਸੀਹ ਦੇ ਕੋਲ ਆਉਂਦਾ ਹੈ, And the Bible says anybody who comes to ਜਿਹੜਾ Jesus, ਪਰਮੇਸ਼ਵਰ ਦੇ ਕੋਲ ਆਉਂਦਾ ਹੈ, who comes to the God, ਉਹ ਜਿਹੜਾ ਪਰਮੇਸ਼ਵਰ ਦੇ ਕੋਲ ਆਉਂਦਾ ਹੈ, the one who comes to God, ਉਸ ਲਈ ਜ਼ਰੂਰੀ ਹੈ, it's very important for him. ਉਸ ਲਈ ਕੰਪਲਸਰੀ ਆ। And it's a compulsory thing for him. ਬਾਈਬਲ ਕਹਿੰਦਾ ਹੈ ਕਿ ਉਹ ਵਿਸ਼ਵਾਸ ਕਰੇ। That Bible says he ought to believe. ਇਬਰਾਨੀਆਂ 11:6 ਦੀ ਆਇਤ ਇਦਾਂ ਦੱਸਦੀ ਹੈ, Hebrews 11 verse 6 says, ਜਿਹੜਾ ਯਿਸੂ ਦੇ ਪਿੱਛੇ ਆਉਂਦਾ ਹੈ one who follows Jesus, ਉਸ ਨੂੰ ਵਿਸ਼ਵਾਸ ਕਰਨਾ ਪਵੇਗਾ। he ought to have faith. ਜੇਕਰ ਤੁਸੀਂ ਵਿਸ਼ਵਾਸ ਦੇ ਨਾਲ ਨਹੀਂ ਆ ਰਹੇ, If you're not coming with faith, ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਸਾਰੀ ਸ੍ਰਿਸ਼ਟੀ ਪਰਮੇਸ਼ਵਰ ਨੇ ਬਣਾਈ ਹੈ। we believe all creation is created by God. ਅਸੀਂ ਇਹ ਵਿਸ਼ਵਾਸ ਕਰਦੇ ਹਾਂ ਸ਼ਬਦ ਨਾਲ ਸ੍ਰਿਸ਼ਟੀ ਦੀ ਰਚਨਾ ਕੀਤੀ ਗਈ। We believe all the creation was created by the word. ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਮਨੁੱਖ ਨੂੰ ਪਰਮੇਸ਼ਵਰ ਨੇ ਆਪਣੇ ਹੱਥਾਂ ਨਾਲ ਬਣਾਇਆ We ਹੈ। believe God created man in his ਅਸੀਂ ਇਹ hand. ਵਿਸ਼ਵਾਸ ਕਰਦੇ ਹਾਂ ਕਿ ਪਾਪ ਮਾਫ ਕਰਨ ਦਾ ਅਧਿਕਾਰ ਯਿਸੂ ਮਸੀਹ ਦੇ ਕੋਲ ਹੈ। We believe the sin forgiveness is in Jesus' name. ਉਸ ਨੂੰ ਵਿਸ਼ਵਾਸ ਕਰਨਾ ਪਵੇਗਾ ਜਿਹੜਾ ਯਿਸੂ ਦੇ ਪਿੱਛੇ ਆਉਂਦਾ ਹੈ। He ought to believe who follows Jesus. ਜਦੋਂ ਵਿਸ਼ਵਾਸ ਕਰੇਗਾ When he believes, ਤਾਂ ਪਰਮੇਸ਼ਵਰ ਦੀ ਇੱਛਾ ਨੂੰ ਜਾਣੇਗਾ। then he will be able to know the will of God. ਜਦ ਤੱਕ ਉਹ ਵਿਸ਼ਵਾਸ ਵਿੱਚ ਪੱਕਾ ਨਹੀਂ ਹੋ ਜਾਂਦਾ, Till the time he is not strong in ਤਾਂ ਉਹ faith, ਪਰਮੇਸ਼ਵਰ ਦੀ ਇੱਛਾ ਨੂੰ ਜਾਣ ਹੀ ਨਹੀਂ ਸਕਦਾ। he cannot understand the will ਉਹ of God. ਸਮਝ ਹੀ ਨਹੀਂ ਸਕਦਾ। He won't understand it. ਸ਼ੈਤਾਨ ਨੇ ਤੁਹਾਨੂੰ ਇਦਾਂ ਦੇ ਗਾਰੇ ਵਿੱਚ ਫਸਾ ਦੇਣਾ ਹੈ, Satan has made you just go into such a quicksand. ਤੁਸੀਂ ਇਦਾਂ ਦੀ ਚੱਕਰ ਦੇ ਵਿੱਚ ਫਸ ਜਾਣਾ ਹੈ। You will be just deep into that mud. ਨਾ ਤੁਸੀਂ ਕਿਸੇ ਨੂੰ ਦੱਸਣ ਜੋਗੇ ਹੁੰਦੇ You ਹੋ, won't be able to tell somebody. ਨਾ ਉਹਦੀ ਮਾਫੀ ਮੰਗਣ ਜੋਗੇ ਹੁੰਦੇ Neither ਹੋ। are you able to confess. ਅਤੇ ਸ਼ੈਤਾਨ ਚਾਹੁੰਦਾ ਹੈ ਕਿ ਉਹਦੇ ਲਈ ਜਿਹੜੀ ਨਰਕ ਦੀ ਅੱਗ ਤਿਆਰ ਕੀਤੀ ਹੈ, And Satan wants the fire that has been kindled by for him, ਉਹ ਬਹੁਤ ਸਾਰੇ ਲੋਕਾਂ ਨੂੰ ਇਸ ਵੇਲੇ ਖੁਸ਼ ਕਰੇ, that he just burns them ਬਹੁਤ ਸਾਰੇ ਲੋਕਾਂ ਨੂੰ ਨਵੇਂ ਆਈਡੀਆ ਦੇਵੇ and gives new ideas to many people. ਅਤੇ ਉਹ ਪੁੱਠੇ ਕੰਮ ਕਰਨ। And they do wrong works. ਉਹ ਨਹੀਂ ਚਾਹੁੰਦਾ ਕੱਲਾ ਉਸ ਨਰਕ ਦੀ ਅੱਗ ਦੇ ਵਿੱਚ ਜਾਣਾ, He doesn't alone wants to go into the fire ਉਹ of ਤੁਹਾਡਾ hell. ਸਾਥ ਭਾਲਦਾ ਹੈ। He needs your company. ਕੀ ਤੁਸੀਂ ਜਾਣਦੇ ਹੋ ਜਿਹੜੇ ਸਵਰਗ ਨੂੰ ਜਾਂਦੇ ਹਨ, Do you know all who go to the heavenlies? ਉਹ ਵਸਤਰਾਂ ਦੇ ਸਮੇਤ ਜਾਂਦੇ ਹਨ। They go with the clothes on. ਉਹ ਧਾਰਮਿਕਤਾ ਦੇ ਵਸਤਰ ਪਾ ਕੇ ਜਾਂਦੇ ਹਨ। They wear the clothes of righteousness and then proceed. ਜਿਹੜੇ ਸਵਰਗ ਨੂੰ ਜਾਂਦੇ ਨੇ ਉਹ ਨੰਗੇ ਨਹੀਂ ਹੁੰਦੇ, Those who proceed towards the heaven are not naked. ਪਰ ਜਿਹੜੇ ਨਰਕ ਨੂੰ ਜਾਂਦੇ ਨੇ, ਮੇਰਾ ਬਾਈਬਲ ਦੱਸਦਾ ਹੈ, ਉਹ ਨੰਗੇ ਹੁੰਦੇ ਨੇ, But my Bible says those who go to the hell, ਉਹ ਨਿਰਵਸਤਰ ਹੁੰਦੇ ਨੇ। they are without clothes. ਫੈਸਲਾ ਤੁਸੀਂ ਕਰਨਾ ਹੈ, You ought to decide. ਤੁਸੀਂ ਵਸਤਰ ਵਾਲਿਆਂ ਦੇ ਵਿੱਚ ਜਾਣਾ ਹੈ ਕਿ ਨਿਰਵਸਤਰ ਵਾਲਿਆਂ ਵਿੱਚ ਜਾਣਾ You ਹੈ। ought to go in the midst of the ones with clothes or without clothes. ਜੇਕਰ ਕਿਸੇ ਵਿਅਕਤੀ ਦੇ ਵਸਤਰ ਨਾ ਪਾਏ ਹੋਣ, If some person has not worn the clothes, ਕੀ ਉਹ ਸ਼ਾਨ ਮਹਿਸੂਸ ਕਰੇਗਾ, will he feel pride? ਉਹ ਸ਼ਰਮ ਮਹਿਸੂਸ ਕਰੇਗਾ। He will feel shame. ਤੁਸੀਂ ਸ਼ਰਮ ਦੇ ਵਿੱਚ ਜਾਣਾ ਹੈ ਜਾਂ ਪਰਮੇਸ਼ਵਰ ਦੇ ਉਸ ਪਿਆਰ ਵਿੱਚ ਜਾਣਾ ਹੈ? You want to go in a shame or in the love of God? ਤੁਸੀਂ ਸ਼ਰਮ ਨੂੰ ਲੈਣਾ ਹੈ ਜਾਂ ਪਰਮੇਸ਼ਵਰ ਦੇ ਤਾਜ ਨੂੰ ਲੈਣਾ ਹੈ? You want to take the crown of God or want to be ashamed? ਔਰ ਤੁਸੀਂ ਸਵਰਗ ਨੂੰ ਜਾਣਾ ਹੈ ਕਿ ਨਰਕ ਨੂੰ ਜਾਣਾ You ਹੈ? want to go to the kingdom of God or to the hell of fire? ਤੁਸੀਂ ਜਿੱਥੇ ਅੱਗ ਵਲਦੀ ਉੱਥੇ ਜਾਣਾ ਚਾਹੁੰਦੇ ਹੋ ਜਾਂ ਜਿੱਥੇ 24 ਘੰਟੇ ਏਸੀ ਲੱਗੇ ਨੇ ਉੱਥੇ ਜਾਣਾ ਚਾਹੁੰਦੇ You ਹੋ? want to go to the place where there is
fire or 24 hours or to the ਫੈਸਲਾ ਤੁਹਾਡੇ ਹੱਥ ਵਿੱਚ ਹੈ This is your decision in your ਤੁਹਾਡੇ hands. ਲੁਕਾਇਆ ਤੁਹਾਡੇ ਗੁਨਾਹ ਨਹੀਂ ਲੁਕ ਸਕਦੇ You cannot hide your own sin. ਬਾਈਬਲ ਦੇ ਵਿੱਚ ਲਿਖਿਆ ਸਾਰੀਆਂ ਜਿਹੜੀਆਂ ਛੁਪੀਆਂ ਗੱਲਾਂ ਨੇ ਗੁੱਝੀਆਂ ਚੀਜ਼ਾਂ ਨੇ ਪ੍ਰਗਟ ਕੀਤੀਆਂ The ਜਾਣਗੀਆਂ Bible says all that are in the hiding shall be speaking open. ਤੁਸੀਂ ਕੀ ਸਮਝਦੇ ਹੋ ਕਿ ਜੋ ਮੈਂ ਕਰ ਰਿਹਾ ਕਿਸੇ ਨੂੰ ਮਾਲੂਮ ਨਹੀਂ ਹੈ Do you think what I am doing nobody knows? ਇਸ ਭੁਲੇਖੇ ਵਿੱਚ ਸ਼ੈਤਾਨ ਤੁਹਾਨੂੰ ਰੱਖਦਾ ਹੈ Do not be deceived, and he only wants ਸ਼ੈਤਾਨ ਚਾਹੁੰਦਾ ਹੈ ਤੁਸੀਂ ਇਸ ਭੁਲੇਖੇ ਵਿੱਚ ਬਣੇ ਰਹੋ Satan wants you be deceived. ਸ਼ੈਤਾਨ ਸਿਰਫ ਤੁਹਾਡੇ ਦਿਮਾਗ ਤੇ ਪਰਦਾ ਪਾ ਰਿਹਾ ਹੈ Satan just puts a curtain on your ਤੁਹਾਡੇ brain. ਕੰਮਾਂ ਤੇ ਪਰਦਾ ਨਹੀਂ ਪਾ ਰਿਹਾ He's not putting curtain on your ਉਹ words. ਤੁਹਾਡੇ ਪਰਦੇ ਉਧੇੜ ਰਿਹਾ ਹੈ He's just taking away the ਲੋਕ curtain. ਜਾਣਦੇ ਨੇ ਤੁਹਾਡੇ ਬਾਰੇ People know about you. ਤੁਸੀਂ ਆਪਣੇ ਘਰਾਂ ਵਿੱਚ ਕੀ ਕਰਦੇ ਹੋ What you do in your home. ਤੁਸੀਂ ਆਪਣੇ ਦਫ਼ਤਰਾਂ ਵਿੱਚ ਕੀ ਕਰਦੇ What you ਹੋ do in your office. ਤੁਸੀਂ ਆਪਣੇ ਸ਼ਹਿਰਾਂ ਵਿੱਚ ਕੀ ਕਰਦੇ What you do ਹੋ in your ਤੁਸੀਂ ਆਪਣੇ cities. ਖੇਤਾਂ 'ਚ ਕੀ What ਕਰਦੇ you do ਹੋ in your field. ਬਾਈਬਲ ਏਦਾਂ ਦੱਸਦਾ ਹੈ Bible says like this. ਪਰਮੇਸ਼ਵਰ ਦੀ ਇੱਛਾ ਨੂੰ ਜਾਣੋ Know the will of God. ਪਰਮੇਸ਼ਵਰ ਦੀ ਇੱਛਾ ਨੂੰ ਜਾਣਨਾ ਪਵੇਗਾ You ought to know the will of God. ਉਦੋਂ ਤੱਕ ਤੁਸੀਂ ਮਸੀਹ ਨਹੀਂ ਗੇ Till the time you are not a Christian. ਜਦੋਂ ਤੱਕ ਤੁਸੀਂ ਵਿਸ਼ਵਾਸ ਵਿੱਚ ਨਹੀਂ ਖੜੇ ਹੋ ਜਾਂਦੇ Till the time you do not stand in faith. ਜਦੋਂ ਤੁਸੀਂ ਵਿਸ਼ਵਾਸ ਵਿੱਚ ਖੜੇ ਹੋ ਜਾਂਦੇ ਹੋ When you stand in faith, ਤਦ ਤੁਸੀਂ ਸਮਝਦੇ ਹੋ ਪਰਮੇਸ਼ਵਰ ਦੀ ਇੱਛਾ ਕੀ ਹੈ then you understand the will of God. ਇਸ ਦੀ 12 ਆਇਤ ਨੂੰ ਅਸੀਂ ਦੇਖਦੇ ਹਾਂ We will be going and looking into the verse 12. ਬਾਈਬਲ ਏਦਾਂ ਦੱਸਦਾ ਹੈ And the Bible says, ਉਹ ਆਦਮੀ ਜਿਹੜਾ ਮਰੇ ਹੋਏ ਦੇ ਬਰਾਬਰ ਸੀ the man who was just like a dead person. ਜਿਹੜਾ ਆਦਮੀ ਮਰੇ ਹੋਏ ਆਦਮੀਆਂ ਦੇ ਬਰਾਬਰ ਸੀਗਾ A man who was just like a dead man. ਪਰਮੇਸ਼ਵਰ ਨੇ ਉਸ ਦੇ ਉੱਤੇ ਆਪਣੀ ਕਿਰਪਾ ਕੀਤੀ God did his grace upon that man. ਪਰਮੇਸ਼ਵਰ ਨੇ ਉਸ ਦੇ ਉੱਤੇ ਆਪਣੀ ਕਿਰਪਾ ਕੀਤੀ God had his grace upon that man. ਅਤੇ ਆਕਾਸ਼ ਦੇ ਤਾਰਿਆਂ ਦੀ ਗਿਣਤੀ ਜਿੰਨੀ And as the numerous numbers of stars in the sky, ਅਤੇ ਸਾਗਰ ਦੇ ਕੰਢੇ ਪਈ ਰੇਤ ਜਿੰਨੀ and as the grains of the sands on the seashore, ਅਣਗਿਣਤ and numerous, ਅਣਗਿਣਤ ਕਿਣਕਿਆਂ ਜਿੰਨੀ and numberless sort of ਪਰਮੇਸ਼ਵਰ ਨੇ ਉਸ ਬੰਦੇ ਤੋਂ ਸੰਤਾਨ ਨੂੰ ਪੈਦਾ ਕੀਤਾ God made the descendants out of that man. ਕੀ ਤੁਸੀਂ ਸਮਝਦੇ ਹੋ ਕੌਣ ਹੈ Do you understand who is this? ਉਹ ਅਬਰਾਹਮ ਦੇ ਬਾਰੇ ਗੱਲ ਕਰ ਰਿਹਾ ਹੈ Talking about ਉਹ Abraham. ਮਰਿਆ ਹੋਇਆ ਆਦਮੀਆਂ ਦੇ ਬਰਾਬਰ ਸੀ ਉਸ ਵੇਲੇ That man was like a dead man. ਅੱਜ ਬਹੁਤ ਸਾਰੇ ਨੇ ਜਿਹੜੇ ਆਪਣੀ ਸੰਤਾਨ ਪ੍ਰਾਪਤੀ ਦੇ ਲਈ ਕੁਝ ਬਹੁਤ ਹੀ ਗਲਤ ਪਾਪਾਂ ਦੇ ਵਿੱਚ ਫਸੇ ਹੋਏ ਨੇ Many people, for the sake of blessing of child, are getting to ਕੋਈ ਵੀ ਆਦਮੀ ਇਸ ਧਰਤੀ ਤੇ ਖੁਸ਼ ਨਹੀਂਗਾ No person on this earth is happy. ਮੈਂ ਇੱਕ ਵੀ ਵਿਅਕਤੀ ਨੂੰ ਜਾਣਦਾ ਨਹੀਂ ਜਿਹੜਾ ਇਹ ਕਵੇ ਮੈਂ ਬਹੁਤ ਖੁਸ਼ ਹਾਂ I do not know in a single person who says I'm happy. ਜਿਸ ਦੇ ਕੋਲ ਬੱਚੇ ਨਹੀਂ ਉਹ ਰੋ ਰਿਹਾ ਹੈ ਉਹ ਤਰਸ ਰਿਹਾ ਕਿ ਮੇਰੇ ਕੋਲ ਬੱਚੇ ਨਹੀਂ ਹੈਗੇ Somebody who doesn't have the children, he's crying, I do not have children. ਉਸ ਨੂੰ ਪੁੱਛਿਆ ਭਾਜੀ ਕੀ ਗੱਲ ਹੈ You ask him, what's the problem? ਭੈਣ ਕੀ ਗੱਲ ਹੈ What's the problem, sister? And she's crying, oh, ਮੇਰੇ ਕੋਲ ਬੱਚੇ ਨਹੀਂ ਹੈਗੇ oh, I do not have kids. ਇੱਕ ਵਿਅਕਤੀ ਆਇਆ ਜਿਸ ਨੂੰ ਅਸੀਂ ਪੁੱਛਿਆ ਭਾਈ ਤੇਰੇ ਕੋਲ ਕਿੰਨੇ ਬੱਚੇ ਨੇ A person came, we asked him, how many kids do you have? ਉਸਨੇ ਕਿਹਾ ਵਾਧੂ 8-10 ਬੱਚੇ ਆ ਮੇਰੇ He ਕੋਲ said, I have got 8 and 9. ਉਸ ਨੂੰ ਪੁੱਛਿਆ ਤੁਸੀਂ ਖੁਸ਼ ਹੋ We asked him, are you happy? ਉਸਨੇ ਕਿਹਾ ਨਹੀਂ ਨਹੀਂ ਸਾਰਿਆਂ ਦੇ ਵੱਖਰੇ ਵੱਖਰੇ ਰਸਤੇ ਨੇ And he said, no, all have different ਮੈਨੂੰ ਇਹਨਾਂ ways. ਤੋਂ ਕੋਈ ਖੁਸ਼ੀ ਨਹੀਂ ਆ I am not happy in them. ਮੇਰਾ ਮਤਲਬ ਇਹ ਲੜੀ ਟੁੱਟਣ ਵਾਲੀ ਨਹੀਂਗੀ And my means is that this garland is not going to ਤੁਸੀਂ break. ਇੱਕ ਚੀਜ਼ ਪ੍ਰਾਪਤ ਕੀਤੀ ਹੈ ਫਿਰ ਦੂਸਰੀ ਚੀਜ਼ ਦੇ ਲਈ You receive one thing and you just ask for ਦੂਸਰੀ ਪ੍ਰਾਪਤ ਕੀਤੀ ਹੈ ਫਿਰ ਤੀਸਰੀ ਦੇ ਲਈ ਇੱਛਾ ਪੈਦਾ ਹੁੰਦੀ ਹੈ And you ask for second and the third one ਇਹ comes. ਇੱਛਾਵਾਂ ਪੈਦਾ ਹੁੰਦੀਆਂ ਹੀ ਰਹਿਣਗੀਆਂ ਨੇ These desires keep erupting. ਜਦ ਤੱਕ ਤੁਸੀਂ ਪਰਮੇਸ਼ਵਰ ਦੇ ਵਿਸ਼ਵਾਸ ਦੇ ਵਿੱਚ ਨਹੀਂ ਹੋ ਜਾਂਦੇ Till the time you are not in the faith of God. ਜਦੋਂ ਤੁਸੀਂ ਪਰਮੇਸ਼ਵਰ ਦੇ ਵਿਸ਼ਵਾਸ ਵਿੱਚ ਆ ਜਾਂਦੇ ਹੋ When you come in the faith that is of God, ਉਦੋਂ ਤੁਸੀਂ ਸਮਝਦੇ ਹੋ ਅਸਲੀ ਇੱਛਾ ਕੀ ਹੈ then you are able to understand the true will. ਸਾਡੇ ਆਤਮਾ ਨੇ ਤ੍ਰਿਪਤ ਕਿੱਦਾਂ ਹੋਣਾ ਹੈ How our spirit ought to be quenched. ਲਿਖਿਆ ਉਹ ਆਦਮੀ ਜਿਹੜਾ ਮਰਿਆ ਆਦਮੀਆਂ ਦੇ ਬਰਾਬਰ ਸੀਗਾ It's written the one who was like a dead man. ਅੱਜ ਵੀ ਸਾਰੀ ਦੁਨੀਆ ਵਿੱਚ ਉਸ ਦਾ ਨਾਮ ਜਪਿਆ ਜਾਂਦਾ In ਹੈ all the world, his name is taken. ਉਸ ਦਾ ਨਾਮ ਲਿਆ ਜਾਂਦਾ ਹੈ His name is taken. ਓ ਅਬਰਾਹਮ ਦੇ ਪਰਮੇਸ਼ਵਰ Oh, God of Abraham. ਕਿਉਂ ਉਸ ਦਾ ਨਾਮ ਲਿਆ ਜਾਂਦਾ ਹੈ Why his name is taken? ਇਸ ਕਰਕੇ ਮੈਂ ਦੱਸਣਾ ਚਾਹੁੰਦਾ ਕਿ ਉਹਦਾ ਵਿਸ਼ਵਾਸ ਏਡਾ ਪਾਵਰਫੁਲ ਸੀਗਾ I want to tell you, for his
faith was so very strong. ਉਹਦੇ ਵਿਸ਼ਵਾਸ ਵਿੱਚ ਇੰਨੀ ਤਾਕਤ ਸੀਗੀ He had so strong faith in him. ਤਾਂ ਹੀ ਸਾਰੇ ਵਿਸ਼ਵਾਸੀ ਅਬਰਾਹਮ ਦਾ ਨਾਮ ਲੈਂਦੇ ਨੇ That's why all the faithful ones take the name of ਪਰ Abraham. ਜਦੋਂ ਅਸੀਂ ਉਸ ਦਾ ਨਾਮ ਲੈਂਦੇ ਆ ਅਸੀਂ ਆਪਣੇ ਵਿਸ਼ਵਾਸ ਨੂੰ ਬੜਾਵਾ ਦਿੰਦੇ ਆ And when we take his name, we just make our faith to go strong. ਬਿਨਾਂ ਮਤਲਬ ਦੇ ਉਸ ਦਾ ਨਾਮ ਲੈਣਾ ਮਾਇਨੇ ਨਹੀਂ ਰੱਖਦਾ Without reason, his name to be taken is self known. ਉਹਦੇ ਪਿੱਛੇ ਇੱਕ ਲੌਜਿਕ ਆ ਜਦੋਂ ਅਸੀਂ ਕਹਿੰਦੇ ਆ There is a logic behind all that. ਦੇਖੋ ਪਰਮੇਸ਼ਰ ਦਾ ਕਲਾਮ ਸਾਨੂੰ ਕੀ ਦੱਸਦਾ ਹੈ Let us see what the word of God says. ਅਸੀਂ ਯਹੂਨਾ 14 ਦੀ ਉਸਦੀ 21 ਆਇਤ ਨੂੰ ਦੇਖਦੇ ਹਾਂ In John 14 verse 21 we will be going through. ਪਰਮੇਸ਼ਰ ਦੀ ਇੱਛਾ ਕੀ ਹੈ What is the will of God? ਪਰਮੇਸ਼ਰ ਦੀ ਇੱਛਾ ਕੀ ਹੈ Will of God. ਕੀ ਤੁਸੀਂ ਕਦੇ ਜਾਣਨ ਦੀ ਕੋਸ਼ਿਸ਼ ਕੀਤੀ ਹੈ Have you tried to know the will of ਪਰ ਤੁਸੀਂ God? ਆਪਣੀਆਂ ਇੱਛਾਵਾਂ ਦੇ ਨਾਲ ਕੰਮ ਕਰਦੇ ਹੋ You do as per the will of yours, ਜੋ ਪਰਮੇਸ਼ਰ ਨੂੰ ਬਿਲਕੁਲ ਪਸੰਦ ਨਹੀਂ ਹੈ which God doesn't like. ਉਹ ਇੱਕ ਦਿਨ ਕਹੇਗਾ ਮੈਂ ਇਹਨਾਂ ਨੂੰ ਨਹੀਂ ਜਾਣਦਾ One day he will say, I do not know them. ਤੁਸੀਂ ਕਹੋਗੇ ਓਹੋ ਪ੍ਰਭੂ ਜੀ ਪ੍ਰਭੂ ਜੀ ਪ੍ਰਭੂ ਜੀ And you will say, oh Lord, Lord, Lord. ਮੈਂ ਉਹੀ ਆਦਮੀ ਆ ਜਿਹੜਾ ਹਰ ਐਤਵਾਰ ਪਹਿਲਾਂ ਪੱਖੇ ਥੱਲੇ ਜਾ ਕੇ ਬਹਿੰਦਾ ਸੀ I'm the same person who used to come first time. ਮੈਂ ਉਹੀ ਆਦਮੀ ਆ ਜਿਸ ਨੇ ਤੇਰੇ ਨਾਂ ਵਿੱਚ ਭੂਤਾਂ ਨੂੰ ਕੱਢਿਆ I'm the same person who just cast out the demons. ਮੈਂ ਉਹੀ ਆਦਮੀ ਆ ਜਿਸ ਨੇ ਤੇਰੇ ਨਾਂ ਕਰਕੇ ਲੋਕਾਂ ਦੀ ਬਹੁਤ ਮਦਦ ਕੀਤੀ I'm the same person who helped many people in your name. ਉਹ ਕਹੇਗਾ ਹੇ ਦੁਸ਼ਟ ਲੋਕੋ ਮੇਰੇ ਤੋਂ ਦੂਰ ਹੋ ਜਾਓ You will say, oh you wicked people, just ਮੈਂ ਤੁਹਾਨੂੰ ਜਾਣਦਾ ਨਹੀਂ ਆ I do not know, go away. ਤੁਸੀਂ ਕੌਣ ਹੋ Who are you? ਤੁਸੀਂ ਕਿੱਥੋਂ ਆਏ ਹੋ Where you've come ਕਿਉਂਕਿ ਇਸ ਵੇਲੇ ਤੁਹਾਡੇ ਤੇ ਕੋਈ ਵਸਤਰ ਨਹੀਂ ਹੈਗੇ For there is no clothes upon you. ਸਿਰਫ ਉਹਨਾਂ ਲੋਕਾਂ ਨਾਲ ਯਿਸੂ ਗੱਲ ਕਰਨਗੇ ਜਿਹੜੇ ਵਸਤਰਾਂ ਦੇ ਵਿੱਚ ਜਾਣਗੇ Jesus will talk with only those people who have the clothes on. ਫੈਸਲਾ ਤੁਹਾਡਾ ਹੈ And it's your decision ਤੁਸੀਂ ਕਿਸ ਤਰੀਕੇ ਦੇ ਨਾਲ ਇੱਥੋਂ ਜਾਣਾ ਹੈ how you ought to go from here. ਇਸ ਸੰਸਾਰ ਨੂੰ ਛੱਡਣ ਤੋਂ ਪਹਿਲਾਂ ਤੁਸੀਂ ਕਿੱਦਾਂ ਦੇ ਬਣ ਕੇ ਰਹਿਣਾ ਹੈ How you ought to live in this world before you leave it. ਜਦ ਤੁਸੀਂ ਯਿਸੂ ਰਾਜਾ ਦੇ ਨਾਲ ਜਾਓਗੇ When you go along with the King Jesus, ਤਾਂ ਹੀ ਤੁਸੀਂ ਜਾਓਗੇ then only you will go. ਜੇ ਤੁਸੀਂ ਉਸ ਦੇ ਨਾਲ ਜਾਣ ਦੀ ਅੱਜ ਤੋਂ ਤਿਆਰੀ ਸ਼ੁਰੂ ਕਰੋਗੇ And if you make arrangements to ਓ go, ਯਿਸੂ ਮਸੀਹ ਆ ਵੀ ਦੇ ਦਿਓ 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 oh Jesus, give me this and that and this and that. ਆ ਵੀ ਦੇ ਦਿਓ ਆ ਵੀ ਦੇ ਦਿਓ ਆ ਵੀ ਦੇ ਦਿਓ ਆ ਵੀ ਦੇ ਦਿਓ This and that, give this all thing. ਯਾਦ ਕਰੋ Remember, ਜਦ ਤੁਸੀਂ ਯਿਸੂ ਨੂੰ ਆਪਣਾ ਮੁਕਤੀਦਾਤਾ ਮੰਨਿਆ ਸੀ when you confess Jesus Christ as your Savior, ਉਸ ਦਿਨ ਤੁਹਾਡੇ ਹਾਲਾਤ ਕੀ ਸਨ what were your situations like? ਤੁਸੀਂ ਯਿਸੂ ਦੇ ਨਾਲ ਵਾਅਦਾ ਕੀ ਕੀਤਾ ਸੀ What promises did you do with Jesus? ਅਸੀਂ ਵਾਅਦਾ ਕਰਕੇ ਮੁੱਕਰ ਜਾਂਦੇ ਹਾਂ We promise and we just go away. ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਯਿਸੂ ਦੇ ਨਾਲ ਵਾਅਦੇ ਤੇ ਵਾਅਦੇ ਤੇ ਵਾਅਦੇ ਤੇ ਵਾਅਦੇ ਕੀਤੇ ਹਨ Many people have promised upon promises with Jesus. ਯਾਦ ਕਰੋ Remember ਅਤੇ ਉਹਨਾਂ ਕੰਮਾਂ ਦੇ ਖੜੇ ਹੋ ਜਾਓ and stand for those words. ਜੇ ਤੁਸੀਂ ਯਿਸੂ ਦੇ ਨਾਲ ਆਪਣੇ ਆਪ ਨੂੰ ਲੈ ਕੇ ਜਾਣਾ ਚਾਹੁੰਦੇ ਹੋ If you want yourself to go along with Jesus, ਕਹਿੰਦਾ ਜਿਹੜਾ ਮੇਰੇ ਨਾਲ ਇਕੱਠਾ ਕਰਦਾ ਹੈ ਉਹ ਮੇਰਾ ਹੈ and he says, anybody who just takes with me, he is with me. ਅਤੇ ਜਿਹੜਾ ਮੇਰਾ ਖੰਡਾਉਂਦਾ ਹੈ ਖਿਲਾਰਦਾ ਹੈ ਉਹ ਮੇਰਾ ਨਹੀਂਗਾ And the one who scatters doesn't belong to me. ਅੱਜ ਤੁਹਾਡਾ ਯਿਸੂ ਵਿੱਚ ਰੋਲ ਕੀ ਹੈ What is your role in ਤੁਸੀਂ this? ਕੀ ਭੂਮਿਕਾ ਨਿਭਾ ਰਹੇ ਹੋ ਯਿਸੂ ਮਸੀਹ ਦੇ ਵਿੱਚ What is your role you're playing in ਤੁਸੀਂ this? ਯਿਸੂ ਦੀ ਕਲੀਸਿਆ ਨੂੰ ਜੋੜ ਰਹੇ ਹੋ ਕਿ ਤੋੜ ਰਹੇ ਹੋ Are you buying the church of Jesus or you're scattering it? ਹਜੇ ਵੀ ਸਾਡੇ ਕੋਲੇ ਮੌਕਾ ਹੈ We still have a chance ਕਿ ਅਸੀਂ ਇਸ ਵਚਨ ਨੂੰ ਸਮਝ ਲਈਏ that we understand this word. ਅਤੇ ਇੱਥੇ ਯਹੂਨਾ 14 ਉਸ ਦੀ 21 ਦੇ ਵਿੱਚ ਇਸ ਤਰ੍ਹਾਂ ਲਿਖਦਾ ਹੈ And in John verse 14 verse 21 it says, ਜੋ ਮੇਰੀਆਂ ਆਗਿਆਵਾਂ ਨੂੰ ਮੰਨਦਾ ਹੈ whosoever obeys my commands, ਮੇਰੀਆਂ ਆਗਿਆਵਾਂ ਨੂੰ ਜਿਹੜਾ ਮੰਨਦਾ ਹੈ and whosoever obeys my commands, ਅਤੇ ਉਹਨਾਂ ਉੱਤੇ ਚੱਲਦਾ ਹੈ and so walk upon the commands, ਜੋ ਉਹਦੀ ਮੰਨਦਾ ਹੈ and whosoever obeys, ਅਤੇ ਉਹਨਾਂ ਉੱਤੇ ਚੱਲਦਾ ਹੈ and he walks upon those words. ਇੱਕ ਚੱਲਣਾ ਹੈ There is a walk. ਚੱਲਣ ਵਿੱਚ ਫਰਕ ਹੈ There is a different kind of walking. ਇੱਧਰ ਤੁਸੀਂ ਦੇਖ ਸਕਦੇ ਹੋ You can look. ਇੱਕ ਚੱਲਣਾ ਇਹ ਹੈ There is a one kind of walking like this. ਇਹ ਲੱਗਦਾ ਹੈ ਕਿ ਮੈਂ ਕਿਸੇ ਜ਼ਿੰਮੇਵਾਰੀ ਵਿੱਚ ਫਸਿਆ ਚੱਲ ਰਿਹਾ ਹਾਂ And this shows that you are in some problem. ਇੱਕ ਚੱਲਣਾ ਆ ਹੈ And this is a kind of walking like this. ਇਹਦਾ ਮਤਲਬ ਹੈ ਖੁਸ਼ੀ ਨੂੰ ਦਿਖਾਉਂਦਾ ਹੈ This shows ਤੁਸੀਂ ਯਿਸੂ ਪਿੱਛੇ ਕਿੱਦਾਂ ਆ ਰਹੇ ਹੋ how you are following ਤੁਸੀਂ Jesus. ਕਿੱਦਾਂ ਉਸ ਦੀ ਇੱਛਾ ਨੂੰ ਸਮਝ ਰਹੇ
ਰਹੇ how ਹੋ you are understanding His will. ਡਿਪੈਂਡ ਕਰਦਾ ਹੈ It depends. ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈ What does the word of God say? ਜੋ ਮੇਰੀਆਂ ਆਗਿਆਵਾਂ ਨੂੰ ਮੰਨਦਾ ਹੈ Whosoever obeys my commands. ਫਿਰ ਉਹਨੇ ਇੱਥੇ ਬੰਦ ਨਹੀਂ ਕੀਤਾ He did not stop a full stop. ਕਹਿੰਦਾ ਜਿਹੜਾ ਮੰਨਦਾ ਤੇ ਉਹਨਾਂ ਉੱਤੇ ਚੱਲਦਾ ਹੈ He did not stop. He says who obeys and ਕੀ walks. ਤੁਸੀਂ ਜਾਣ ਰਹੇ ਹੋ ਪਰਮੇਸ਼ਰ ਦੀ ਇੱਛਾ ਕੀ ਹੈ Are you understanding the will of God? ਰੱਬ ਦੀ ਤੁਹਾਡੇ ਜੀਵਨ ਵਿੱਚ ਇੱਛਾ ਕੀ ਹੈ What is the will of God in your life? ਉਸਨੇ ਕਿਹਾ ਜਿਹੜਾ ਮੇਰੀਆਂ ਆਗਿਆਵਾਂ ਦੇ ਉੱਤੇ ਚੱਲਦਾ ਹੈ He says all those who walk upon my commands. ਉਸ ਦੀ ਆਗਿਆ ਤੇ ਚੱਲਣਾ To walk on His command ਪਰਮੇਸ਼ਰ ਦੀ ਇੱਛਾ ਨੂੰ ਜਾਣਨਾ ਹੈ is to know the will of God. ਪਰਮੇਸ਼ਰ ਨੂੰ ਪ੍ਰਸੰਨ ਕਰਨਾ ਹੈ Is to please God. ਪਰ ਇੱਕ ਤੁਹਾਡਾ ਵਿਰੋਧੀ ਹੈ But there is an enemy of yours. ਉਹ ਤੁਹਾਨੂੰ ਕਦੇ ਵੀ ਪਰਮੇਸ਼ਰ ਦੀ ਇੱਛਾ ਤੇ ਚੱਲਣ ਨਹੀਂ ਦੇਵੇਗਾ He will never allow you to walk on the will of God. ਕਈ ਵਾਰੀ ਉਹ ਐਦਾਂ ਦੇ ਨਕਸ਼ੇ ਤੁਹਾਡੇ ਦਿਮਾਗ ਵਿੱਚ ਲਿਆ ਕੇ ਪਾਉਂਦਾ ਹੈ Sometimes He brings in a different kind of plans in your mind. ਅਤੇ ਤੁਸੀਂ ਉਹਨਾਂ ਨਕਸ਼ਿਆਂ ਨੂੰ ਹਕੀਕਤ ਵਿੱਚ ਬਦਲਣ ਵਿੱਚ ਲੱਗ ਜਾਂਦੇ ਹੋ And you just make all your toil around to make them in reality. ਕਈ ਵਾਰੀ ਤੁਸੀਂ ਬਦਲ ਵੀ ਲੈਂਦੇ ਹੋ Sometimes you change it. ਅਤੇ ਤੁਹਾਨੂੰ ਲੱਗਦਾ ਹੈ ਬਹੁਤ ਖੂਬ ਹੈ And you think that it's very good. ਇਹ ਸਿਰਫ ਮੈਨੂੰ ਹੀ ਪਤਾ ਹੈ This I only know. ਸਭ ਤੋਂ ਵੱਡਾ ਧੋਖਾ ਹੈ This is the biggest deception. ਕਹਿੰਦਾ ਜਿਹੜਾ ਮੇਰੀ ਆਗਿਆ ਨੂੰ ਮੰਨਦਾ ਹੈ He says all those who obey my command ਉਹਨਾਂ ਉੱਤੇ ਚੱਲਦਾ ਹੈ and walks upon them. ਉਹੀ ਹੈ He is the one. ਜਿਹੜਾ ਮੈਨੂੰ ਪਿਆਰ ਕਰਦਾ He ਹੈ is the one who loves me. ਹਾਲੇਲੂਇਆ Hallelujah. ਹਾਲੇਲੂਇਆ Hallelujah. ਉਹੀ ਹੈ He is the one ਜਿਹੜਾ ਮੈਨੂੰ ਪਿਆਰ ਕਰਦਾ ਹੈ who loves me. ਹੁਣ ਅਸੀਂ ਚੈੱਕ ਕਰੀਏ ਅਸੀਂ ਯਿਸੂ ਨੂੰ ਪਿਆਰ ਕਰਦੇ ਹਾਂ Let us just check ourselves. Do we love ਜਾਂ Jesus? ਅਸੀਂ ਆਪਣੇ ਆਪ ਨੂੰ ਪਿਆਰ ਕਰਦੇ ਹਾਂ Or we love our own ਜਾਂ self? ਆਪਣੀਆਂ ਸੋਚਾਂ ਨੂੰ ਪਿਆਰ ਕਰਦੇ Or we ਹਾਂ love our thoughts? ਆਪਣੇ ਮਹਿਲਾਂ ਨੂੰ ਪਿਆਰ Or ਕਰਦੇ we ਹਾਂ love our palaces? ਕੀ ਤੁਸੀਂ ਯਿਸੂ ਨੂੰ ਪਿਆਰ ਕਰਦੇ ਹੋ Do you love Jesus? ਜੇ ਤੁਸੀਂ ਯਿਸੂ ਨੂੰ ਪਿਆਰ ਕਰਦੇ ਹੋ If you love Jesus, ਤੇ ਆਓ ਅਸੀਂ ਇੱਕ ਯਹੋਸ਼ੂਆ ਦੇ ਵਿੱਚ ਜਾ ਕੇ ਵਚਨ ਪੜ੍ਹਦੇ ਹਾਂ we will be reading a verse. ਯਹੋਸ਼ੂਆ ਦੀ ਪੋਥੀ ਉਹਦਾ ਪਹਿਲਾ ਅਧਿਆਇ Joshua 1 chapter ਅਤੇ ਉਸ ਦੀ 8 ਨੰਬਰ ਪੰਕਤੀ ਦੇ ਵਿੱਚ and verse number 8. ਲਿਖਦਾ ਇਹ ਭਵਿਸ਼ਤਾ ਦੀ ਪੋਥੀ ਤੇਰੀਆਂ ਅੱਖਾਂ ਤੋਂ ਓਲੇ ਨਾ ਹੋਵੇ And he says this book of law should never go away from your eyes. ਇਹ ਭਵਿਸ਼ਤਾ ਦੀ ਪੋਥੀ ਕਦੇ ਵੀ ਤੇ ਤੋਂ ਵੱਖਰੀ ਨਾ ਹੋਵੇ And this book of law should never depart from you, he says. ਇਹ ਜਿਹੜੀ ਪਰਮੇਸ਼ਰ ਨੇ ਸਾਨੂੰ ਆਗਿਆਵਾਂ ਦੀ ਕਿਤਾਬ ਦਿੱਤੀ ਹੈ And this book of law that God has given unto us. ਕਹਿੰਦਾ ਇਹ ਜਿਹੜੀ ਪੋਥੀ ਹੈ ਤੇਰੇ ਮੂੰਹ ਤੋਂ ਦੂਰ ਨਾ ਹੋਵੇ He said this book should not depart from your lips. ਮੂੰਹ ਤੋਂ ਦੂਰ ਹੋਣ ਦਾ ਮਤਲਬ ਕੀ What ਹੈ does it mean to depart from your mouth? ਮੂੰਹ ਤੋਂ ਦੂਰ ਹੋਣ ਦਾ ਮਤਲਬ ਕੀ ਹੈ What is the meaning of the departing from the mouth? ਇਸ ਨੂੰ ਅਸੀਂ ਦੋ ਅਰਥਾਂ ਦੇ ਨਾਲ ਦੇਖਦੇ ਹਾਂ We see it from two angles. ਪਹਿਲਾ ਸਾਡੇ ਮੂੰਹ ਦੇ ਉੱਤੇ ਅੱਖਾਂ ਲੱਗੀਆਂ ਹਨ And one, that there are eyes upon our mouth. ਤਾਂ ਕਿ ਜਦੋਂ ਅਸੀਂ ਇਸ ਨੂੰ ਲਾਗੇ ਰੱਖਾਂਗੇ So that as we keep it near, ਅਸੀਂ ਇਸ ਨੂੰ ਬੋਲਾਂਗੇ ਤੇ ਪੜਾਂਗੇ we speak it and when we read it. ਦੂਜਾ ਕੀ ਦੱਸਦਾ ਹੈ What does the second he says? ਇਹ ਭਵਿਸ਼ਤਾ ਦੀ ਪੋਥੀ This book of law, ਜਿਹੜੀ ਯਹੋਸ਼ੂਆ ਮੈਂ ਤੈਨੂੰ ਦਿੰਦਾ ਹਾਂ oh Joshua, which I give unto thee. ਅੱਜ ਸਿਰਫ ਗੱਲ ਯਹੋਸ਼ੂਆ ਦੀ ਨਹੀਂ ਹੋ ਰਹੀ Today we are not talking only about ਅੱਜ Joshua. ਸਾਰੇ ਵਿਸ਼ਵਾਸੀਆਂ ਦੀ ਗੱਲ ਹੀ ਹੋ ਰਹੀ ਹੈ It is being talked of all the believers. ਕਿ ਇਹ ਜਿਹੜੀ ਪੋਥੀ ਹੈ ਜਿਹੜੀ ਲਾਅ ਬੁੱਕ ਹੈ ਮੈਂ ਤੈਨੂੰ ਦਿੱਤੀ ਹੈ And about the law book that I have given here, ਇਹ ਤੇਰੇ ਮੂੰਹ ਤੋਂ ਦੂਰ ਨਹੀਂ ਹੋਣੀ ਚਾਹੀਦੀ it should not depart from your mouth. ਕਿੰਨੇ ਜਾਣਿਆਂ ਦੇ ਮੂੰਹ ਤੋਂ ਪਰਮੇਸ਼ਰ ਦੀ ਪੋਥੀ ਦੂਰ ਹੋ ਜਾਂਦੀ ਹੈ And from how many people's mouth is the book of law departs? ਜਦੋਂ ਤੁਸੀਂ ਦੁਨੀਆ ਦੀਆਂ ਕਿਤਾਬਾਂ ਪੜ੍ਹਦੇ ਹੋ When you read the book of the ਤਾਂ ਤੁਸੀਂ ਇਸ law, ਪੋਥੀ ਨੂੰ ਦੂਰ ਕਰਦੇ ਹੋ then you just depart from this ਜਦੋਂ book. ਤੁਸੀਂ ਚੁਟਕਲਿਆਂ ਦੀਆਂ ਕਿਤਾਬਾਂ ਪੜ੍ਹਦੇ ਹੋ When you read those ਤਾਂ ਤੁਸੀਂ ਇਸ ਪੋਥੀ ਨੂੰ ਦੂਰ ਕਰਦੇ then ਹੋ you depart from this book. ਜਦੋਂ ਤੁਸੀਂ ਕਹਾਣੀਆਂ ਪੜ੍ਹਦੇ ਹੋ When you read the stories, ਤਾਂ ਤੁਸੀਂ ਇਸ ਪੋਥੀ ਨੂੰ ਦੂਰ ਕਰਦੇ then ਹੋ you depart this book from here. ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈ What does the word of God say? ਇਹ ਤੇਰੇ ਤੋਂ ਦੂਰ ਨਹੀਂ ਹੋਣੀ ਚਾਹੀਦੀ This book should not depart from ਮਤਲਬ here. ਇੱਕ ਵੀ ਸਮਾਂ ਨਹੀਂ ਪਰਮੇਸ਼ਰ ਨੇ ਠਹਿਰਾਇਆ ਜਿਸ ਵੇਲੇ ਤੁਸੀਂ ਇਸ ਨੂੰ ਦੂਰ ਕਰੋ And not a speak of second, God has said that it should depart. ਜਿਹੜਾ ਬਾਈਬਲ ਦਾ ਕਾਨੂੰਨ ਹੈ ਬਹੁਤ ਹੀ ਸਖਤ ਲਾਅ ਹੈ And the law of the Bible is very much straight. ਕਹਿੰਦਾ ਹਰ ਵਕਤ All times, he says. ਕਹਿੰਦਾ ਦਿਨ ਰਾਤ Day and night, he says. ਦਿਨ ਤੇ ਰਾਤ Day and night. ਤੂੰ ਇਸ ਤੇ ਧਿਆਨ ਕਰਨਾ ਹੈ Oh, meditate upon it. ਉਸਨੇ ਇਹ ਨਹੀਂ ਕਿਹਾ ਦਿਨੇ ਦਿਨੇ ਧਿਆਨ ਕਰਨਾ He ਹੈ didn't say only on the daytime. ਉਸਨੇ ਕਿਹਾ ਦਿਨ ਵੇਲੇ ਵੀ In the day
also. ਰਾਤ ਵੇਲੇ ਵੀ And also in the night ਓਡੀ time. ਵੱਡੀ ਖਬਰਦਾਰੀ ਰਾਤ ਵੇਲੇ ਵੀ ਆ Oh, such a attention at the right night ਕਿਉਂਕਿ time. ਜਿਹੜੇ ਹਨੇਰੇ ਦੇ ਕੰਮ ਨੇ ਉਹ ਪਾਪ ਦੇ ਕੰਮ ਨੇ For the works of the night are of the sins. ਇਸ ਕਰਕੇ ਪੋਥੀ ਸਾਨੂੰ ਦੱਸ ਰਹੀ ਹੈ That's why the book tells us. ਦਿਨੇ ਤੇ ਰਾਤ Day and night. ਤੈਂ ਹਰ ਵਕਤ All times year. ਇਸ ਪੋਥੀ ਤੇ ਧਿਆਨ ਰੱਖਣਾ ਹੈ Oh, you ought to meditate upon it. ਤੂੰ ਆਪਣਾ ਹਰ ਕੰਮ ਇਸ ਵਿੱਚ ਲਿਖੇ ਅਨੁਸਾਰ ਕਰਨਾ ਹੈ Oh, you should do every work of yours as it is ਕਹਿੰਦਾ written. ਜੋ ਇਹਦੇ ਵਿੱਚ ਲਿਖਿਆ ਤੂੰ ਉਹਦੇ ਅਨੁਸਾਰ ਹੀ ਕਰ ਸਕਦਾ ਹੈ He says, whatsoever is written, you ought to do that. ਅੱਜ ਕਿੰਨੇ ਵਿਸ਼ਵਾਸੀ ਨੇ ਜਿਹੜੇ ਜੋ ਬਾਈਬਲ 'ਚ ਲਿਖਾ ਉਹੀ ਕਰਦੇ ਨੇ How many of the believers do what the Bible is saying? ਸਾਨੂੰ ਇਹ ਕਰਨਾ ਪਵੇਗਾ We ought to do it. ਤਾਂ ਹੀ ਅਸੀਂ ਪਰਮੇਸ਼ਵਰ ਦੀ ਇੱਛਾ ਨੂੰ ਸਮਝ ਸਕਾਂਗੇ Then only we will be able to know the will of God. ਤਾਂ ਹੀ ਪਰਮੇਸ਼ਵਰ ਦੀ ਇੱਛਾ ਨੂੰ ਜਾਣ ਸਕਾਂਗੇ Then only we will be able to know and understand the will of God. ਹੋ ਸਕਦਾ ਅੱਜ ਬਹੁਤ ਸਾਰੇ ਲੋਕਾਂ ਨੂੰ ਇਹ ਵਚਨ ਜਿਸ ਤਰ੍ਹਾਂ ਹੱਥ ਦੇ ਉੱਤੇ ਜ਼ਖਮ ਤੇ ਨਮਕ ਲੱਗਦਾ ਲੱਗ ਰਿਹਾ ਹੋਵੇ And for many, it could be a salt on the wound. ਤੁਹਾਨੂੰ ਅੰਦਰੋਂ ਚੁੱਭਦਾ ਹੋਵੇ It might be pinching inside. ਚੰਗੀ ਗੱਲ ਹੈ ਜੇ ਚੁੱਭਦਾ ਹੈ ਤੇ ਠੀਕ ਹੋ ਰਹੇ ਹੋ ਤੁਸੀਂ It's pinching, it's good, you're being healed. ਕਿਉਂਕਿ ਜੋ ਚੁੱਭਦਾ ਹੈ ਉਹ ਸਾਨੂੰ ਚੰਗਿਆਈ ਦਿੰਦਾ ਹੈ For something that pinches gives us the healing. ਕਹਿੰਦਾ ਹਰ ਦਿਨ ਤੇ ਹਰ ਰਾਤ He says, every day and every night, ਤੂੰ ਇਸ ਭਵਿਸ਼ਤਾ ਦੀ ਪੋਥੀ ਤੇ ਧਿਆਨ ਰੱਖਣਾ ਹੈ you ought to focus upon this book of law. ਹੈਲੋ Hello? ਸਾਡਾ ਧਿਆਨ ਕਿੱਥੇ ਹੁੰਦਾ ਹੈ Where is our attention? ਸਾਡਾ ਧਿਆਨ ਕਿੱਥੇ ਹੁੰਦਾ Where ਹੈ is our attention? ਜਦੋਂ ਅਸੀਂ ਬਾਈਕ ਤੇ ਜਾਂਦੇ ਹੁੰਦੇ ਹਾਂ When we are riding on a bike, ਜਦੋਂ ਅਸੀਂ ਕਾਰ 'ਚ ਜਾਂਦੇ ਹੁੰਦੇ we ਹਾਂ are riding in a car, ਜਦੋਂ ਅਸੀਂ ਸੜਕ ਤੇ ਜਾਂਦੇ ਹਾਂ when you are walking on the ਸਾਡਾ road, ਧਿਆਨ ਕਿੱਥੇ ਹੁੰਦਾ ਹੈ where are we focusing? ਹੈਲੋ ਮੈਂ ਤੁਹਾਡੇ ਧਿਆਨ ਦੀ ਗੱਲ ਕਰਦਾ ਹਾਂ Hello, I am talking about your attention. ਤੁਹਾਡਾ ਧਿਆਨ ਕਿੱਥੇ ਹੁੰਦਾ ਹੈ Where are you paying attention ਜਦੋਂ to? ਕੋਈ ਵਿਸ਼ਵਾਸੀ ਤੁਹਾਡੇ ਇਰਦ ਗਿਰਦ ਨਹੀਂ ਹੁੰਦਾ When no believer is around here, ਜਦੋਂ ਤੁਹਾਨੂੰ ਕੋਈ ਨਹੀਂ ਦੇਖਦਾ ਹੁੰਦਾ and no one sees you, ਉਸ ਵੇਲੇ ਤੁਹਾਡਾ ਧਿਆਨ ਕਿੱਥੇ ਹੁੰਦਾ ਹੈ where is your attention? ਕਹਿੰਦਾ ਹਰ ਵੇਲੇ ਤੇਰਾ ਧਿਆਨ ਜਿਹੜਾ ਹੈ He says at all times your ਇਸ ਪੋਥੀ ਦੇ ਵਿੱਚ ਹੋਣਾ ਚਾਹੀਦਾ ਹੈ attention should be at all times in this book. ਜੇ ਤੂੰ ਇਸ ਤਰ੍ਹਾਂ ਕਰੇਗਾ If you do as per this, ਤਾਂ ਤੂੰ ਉન્નਤੀ ਕਰੇਗਾ then you shall be prosperous. ਜਿਨ੍ਹਾਂ ਦੀ ਪ੍ਰਭੂ ਦੇ ਵਿੱਚ ਯੀਸ਼ੂ ਦੇ ਵਿੱਚ ਉન્નਤੀ ਨਹੀਂ ਹੋ ਰਹੀ All those who do not have promotion in Christ Jesus, ਜਿਹੜੇ ਕਹਿੰਦੇ ਸਾਡੀ ਤਰੱਕੀ ਨਹੀਂ ਹੋ ਰਹੀ those who says we are not being ਜਿਹੜੇ promoted, ਕਹਿੰਦੇ ਸਾਡਾ ਵਾਧਾ ਨਹੀਂ ਹੋ ਰਿਹਾ those who says we are not being ਖਬਰਦਾਰ ਇਸ ਵਚਨ ਨੂੰ ਧਿਆਨ ਨਾਲ ਦੇਖ ਲਓ attention, look into this word, ਕਿਉਂਕਿ ਤੁਹਾਡਾ ਧਿਆਨ ਪਰਮੇਸ਼ਵਰ ਦੀ ਪੋਥੀ ਵਿੱਚ ਨਹੀਂਗਾ for your attention is not in the book of God. ਮੇਰੇ ਯੀਸ਼ੂ ਦੇ ਮੂੰਹ ਚੋਂ ਨਿਕਲੀਆਂ ਗੱਲਾਂ ਤੇ ਤੁਹਾਡਾ ਧਿਆਨ ਨਹੀਂਗਾ And the words spoken by my Jesus, your attention is not on it. ਜਦੋਂ ਤੁਹਾਡਾ ਧਿਆਨ ਉਹਨਾਂ ਗੱਲਾਂ 'ਚ ਚਲੇ ਗਿਆ When your attention goes in those ਜਦੋਂ ਇਹ words, ਵਿਵਸਥਾ ਦੀ ਪੋਥੀ ਵਿੱਚ ਤੁਸੀਂ ਆਪਣਾ ਮਨ ਲਾ ਲਿਆ when you put your mind into this book of law, ਤੇ ਮੇਰਾ ਪਰਮੇਸ਼ਵਰ ਦਾ ਜਿਹੜਾ ਵਚਨ ਹੈ ਕੀ ਕਹਿੰਦਾ ਹੈ and then the word of God, what does it say? ਕਹਿੰਦਾ ਹਰ ਤਰ੍ਹਾਂ ਨਾਲ ਤੂੰ ਉન્નਤੀ ਕਰੇਗਾ He says in all things you shall be ਹਰ prosperous. ਤਰੀਕੇ ਨਾਲ ਉન્નਤੀ ਕਰੇਗਾ You shall be prosperous in ਹਰ all. ਪਾਸਿਓਂ ਤੂੰ ਉન્નਤੀ ਕਰੇਗਾ From all sides you will prosper. ਤੂੰ ਹਰ ਪਾਸਿਓਂ ਜਿਹੜਾ ਹੈ ਉਹ ਤਾਕਤਵਰ ਹੋਵੇਂਗਾ You shall be strong from all sides. ਕਿਉਂ ਅਸੀਂ ਕਮਜ਼ੋਰ ਹਾਂ Why we are weak? ਕਿਉਂਕਿ ਅਸੀਂ ਆਪਣਾ ਧਿਆਨ ਪਰਮੇਸ਼ਵਰ ਦੀ ਪੋਥੀ ਤੇ ਨਹੀਂ ਲਾਇਆ For we are not paying attention on the word of God. ਪਰਮੇਸ਼ਵਰ ਦੀ ਪੋਥੀ ਤੇ ਧਿਆਨ ਲਾਉਣਾ ਹੈ Oh, not need to pay attention on the book of ਸੱਚ God. ਸੱਚ ਦੱਸੋ ਕਿੰਨੇ ਭੈਣ ਭਰਾਵਾਂ ਨੂੰ ਇਹ ਵਚਨ ਸਮਝ ਆ ਰਿਹਾ How many of our brothers and sisters understand? ਓ ਹਾਲੇਲੂਇਆ Hallelujah. ਹਾਲੇਲੂਇਆ Hallelujah. ਪਰ ਹੋਣਾ ਕੀ ਹੈ But what is going to happen? ਜਦੋਂ ਤੁਸੀਂ ਕੁਰਸੀ ਛੱਡਣੀ ਹੈ As you are going to leave this ਤੁਸੀਂ chair, ਇਹ ਸਾਰੇ ਦਾ ਸਾਰਾ ਕੁਰਸੀਆਂ ਤੇ ਰੱਖ ਜਾਣਾ you will just keep all that you have heard on the chair. ਜੋ ਬਹੁਤ ਹੀ ਮੰਦਭਾਗੀ ਗੱਲ ਹੋਵੇਗੀ And this is a very problematic. ਆਪਣਾ ਦਿਲ ਖੋਲੋ ਇਸ ਨੂੰ ਦਿਲ 'ਚ ਰੱਖੋ Oh, open your heart and keep it in your 3 heart. ਮਿੰਟ ਦਾ ਸਮਾਂ ਮੇਰੇ ਕੋਲ ਬਚਦਾ ਹੈ 3 minutes of time. ਧਿਆਨ ਦੇ ਨਾਲ ਸੁਣਦੇ ਰਹੋ Pay attention and listening. ਕਹਿੰਦਾ ਤਾਂ ਤੂੰ ਉન્નਤੀ ਕਰੇਗਾ And then he says you shall prosper. ਕਹਿੰਦਾ ਤੂੰ ਸਫਲ ਹੋਵੇਂਗਾ You shall prosper. ਹਰ ਵੇਲੇ ਸਫਲ ਹੋਵੇਂਗਾ You shall be prosper in all ਅੱਜ ਕਿਉਂ ਅਸੀਂ times. ਸਫਲ ਨਹੀਂ ਹੋ ਰਹੇ Why aren't we prosperous? ਕਿਉਂਕਿ ਅਸੀਂ ਆਪਣਾ ਧਿਆਨ ਪਰਮੇਸ਼ਵਰ ਦੀ ਪੋਥੀ ਦੇ ਵੱਲ ਨਹੀਂ ਰੱਖਿਆ We are not paying attention to the book of God. ਸਾਰਾ ਧਿਆਨ ਪਰਮੇਸ਼ਵਰ ਦੀ ਪੋਥੀ ਦੇ ਵਿੱਚ ਰੱਖਣਾ ਹੈ Oh, at all times ought to pay attention to the word of God. ਹੁਣ ਬਚਾ ਤਾਂ ਹੀ ਹੋਣਾ ਹੈ ਸੁਣ ਲਓ You shall be saved only when ਇੱਕ ਇਹੋ ਜਿਹਾ ਬਿਗਲ ਵੱਜ ਚੁੱਕਿਆ ਹੈ such a bugle has been sounded. ਉਹ ਬਿਗਲ ਹੈ ਕਿ ਸਵਰਗਾਂ ਦੇ ਵਿੱਚੋਂ ਕੋਈ ਆਉਣ ਵਾਲਾ ਹੈ And that bugle says someone is about to come from the heaven. ਇਸੇ ਹੀ ਕਰਕੇ ਦੁਨੀਆ ਤੇ ਹਰ ਤਰ੍ਹਾਂ
ਤਰ੍ਹਾਂ ਦੇ ਖੜਕੇ ਹੋ ਰਹੇ ਹਨ। That's why in the world different kinds of sounds are sounding. ਕਹਿੰਦਾ ਤੂੰ ਸਫਲ ਹੋਵੇਂਗਾ। He said you shall be prosperous. ਕਹਿੰਦਾ ਮੇਰੀ ਗੱਲ ਯਾਦ ਰੱਖ ਲੈ। Oh, remember and understand my word. ਤਕੜਾ ਹੋ ਜਾ ਤੇ ਹੌਸਲਾ ਬੰਨ ਲੈ Be strong and have firm faith. ਅਤੇ ਕਿਸੇ ਵੀ ਤਰ੍ਹਾਂ ਤੂੰ ਡਰਨਾ, Do not be discouraged, he says. ਘਬਰਨਾ। Do not be afraid, he says. ਮੈਂ ਤੇਰਾ ਪਰਮੇਸ਼ਰ ਹਾਂ। For I am your God. ਜਿੱਥੇ ਤੂੰ ਜਾਵੇਂਗਾ Wheresoever you shall go, ਮੈਂ ਤੇਰੇ ਨਾਲ ਹੋਵਾਂਗਾ। I shall be with you. ਯਹੋਸ਼ੂਆ ਦੀ ਪੋਥੀ 1 ਅਧਿਆਇ 8 ਨੰਬਰ ਪੰਕਤੀ ਵਿੱਚ ਲਿਖਿਆ ਹੈ। Book of Joshua 1:8, it's written in it. ਤੁਸੀਂ ਇਹਦੀਆਂ ਪਹਿਲੀਆਂ 9 ਆਇਤਾਂ ਪੜ੍ਹ ਸਕਦੇ ਹੋ। You can read the first 9 words. ਪਰਮੇਸ਼ਵਰ ਦੀ ਇੱਛਾ ਕੀ ਹੈ? What is the will of God? ਪਰਮੇਸ਼ਵਰ ਨੂੰ ਪ੍ਰਸੰਨ ਕਿੱਦਾਂ ਕਰਨਾ ਹੈ? How you ought to please God. ਪਰਮੇਸ਼ਵਰ ਨੂੰ ਕਿੱਦਾਂ ਪ੍ਰਸੰਨ ਕਰਨਾ ਹੈ? How you ought to please God. ਹਰ ਵਿਅਕਤੀ ਜਾਣਦਾ ਕਿ ਆਪਣੇ ਆਪ ਨੂੰ ਕਿੱਦਾਂ ਪ੍ਰਸੰਨ ਕਰਨਾ ਹੈ। Every person knows how to please himself. ਬੱਚਿਆਂ ਨੂੰ ਕਿੱਦਾਂ ਪ੍ਰਸੰਨ ਕਰਨਾ ਹੈ? How you ought to please the children. ਵਾਈਫ ਨੂੰ ਕਿੱਦਾਂ ਪ੍ਰਸੰਨ ਕਰਨਾ ਹੈ? How you ought to please wife. ਮਾਂ ਨੂੰ ਕਿੱਦਾਂ ਪ੍ਰਸੰਨ ਕਰਨਾ ਹੈ? How to please mother. ਪੇ ਨੂੰ ਕਿੱਦਾਂ ਪ੍ਰਸੰਨ ਕਰਨਾ How to ਹੈ? please father. ਦੋਸਤਾਂ ਨੂੰ ਕਿੱਦਾਂ ਪ੍ਰਸੰਨ ਕਰਨਾ